गुरु रू प्यारी साध संगत जी, वाहिगुरु जी का खालसा वाहिगुरु जी की फतेह। प्रोफैसर पूरन सिंह जी की एक अमोलक लिखत है जिसका सिरलेख है प्रेम। आओ उसका अगला हिस्सा सरवण करने की कोशिश करिए जी। लड़ी नूं जोड़न लई पिछले हिस्से विच पढ़ियां कुछ पंक्तियां नूं दुबारा पढ़िया जा रहा है जी। ये लहरां आत्मा दियां बिजली तरंगां दी लचक कारण सिमरन वाले संत पुरुषां दे हिरदे विच उत्पन्न होंदियां हन, जो उन्हां नूं मोड़वें रूप विच परत तो उचेरा उठण दा काम करदियां हन। अजिहे व्यक्ति लखां विचों एक हन, सगों करोड़ां विचों एक हन। अजिहे व्यक्ति सचमुच बड़े विरले हन जिन्हां ने प्रेम दी आत्मकता नूं प्राप्त कर लिया है। अजिहे पुरख आम लोकां विचों नहीं होंदे ਅਤੇ ਨਾ ਹੀ ਇੱਥੇ ਇਸ ਲੋਕ ਵਿੱਚ ਤੇ ਨਾ ਪਰਲੋਕ ਵਿੱਚ। ਜੋ ਜੀਵਨ ਦੀਆਂ ਸੱਚੀਆਂ ਆਤਮਕ ਤੇ ਸੋਜਾਤਮਕ ਖੁਸ਼ੀਆਂ ਦਾ ਪ੍ਰਗਟਾਵਾ ਕਰਦੇ ਹਨ ਅਤੇ ਪ੍ਰੇਮ ਦੇ ਨਾਂ ਥੱਲੇ ਅਤ ਦਾ ਹਠ ਯੋਗ ਕਰਦੇ ਹਨ, ਗੁਰੂ ਸਾਹਿਬ ਇਸ ਨੂੰ ਦੈਵੀ ਸੱਤਾ ਪ੍ਰਤੀ ਠੀਕ ਪ੍ਰਵਿਰਤੀ ਨਹੀਂ ਮੰਨਦੇ। ਇਹ ਮਨੁੱਖੀ ਸੁਭਾਅ ਦੇ ਪ੍ਰਤੀਕੂਲ ਹੈ ਤੇ ਜੀਵਨ ਦੇ ਕੁਦਰਤੀ ਆਪ ਮੁਹਾਰੀ ਸੰਤੁਲਿਤ ਧੀਰੇ ਧੀਰੇ ਪ੍ਰਗਤੀ ਕਰਨ ਵਾਲੀ ਅਤੇ ਸਹਿਜ ਵਿਕਾਸ ਦੇ ਪ੍ਰਤੀਕੂਲ ਹੈ। ਗੁਰੂ ਜੀ ਦੇ ਪ੍ਰਭਾਵ ਸਦਕਾ ਅਜਿਹੇ ਵਿਅਕਤੀ ਦੀ ਕਾਇਆ ਕਲਪ ਹੋ ਜਾਂਦੀ ਹੈ ਅਤੇ ਉਸ ਵਿੱਚ ਪ੍ਰੇਮ ਪੂਰੇ ਵੇਗ ਵਿੱਚ ਉਤਪੰਨ ਹੋ ਜਾਂਦਾ ਹੈ, ਜਿਸ ਦੇ ਫਲ ਸਰੂਪ ਉਸ ਦੀ ਨਜ਼ਰ ਵੀ ਕਈ ਵਾਰੀ ਧੀਮੀ ਪੈ ਜਾਂਦੀ ਹੈ ਅਤੇ ਜੀਵਨ ਦੀ ਨੀਵੀਂ ਸਤ੍ਹਾ ਦੀਆਂ ਸਾਰੇ ਧੂਏ ਤੇ ਧੁਆਖਾਂ ਖਤਮ ਹੋ ਜਾਂਦੀਆਂ ਹਨ। ਗੁਰੂ ਸਾਹਿਬ ਨੇ ਯੋਗੀਆਂ ਵਾਲੇ ਅਸੰਤੁਲਿਤ ਤਿਆਗ ਦਾ ਖੰਡਨ ਕੀਤਾ ਹੈ। ਸੁਨ ਸਮਾਧੀ ਅਤੇ ਇਸ ਪਿੱਛੋਂ ਦੀ ਤੋਟ ਵਾਲੀ ਮਨੋਦਸ਼ਾ ਵਿੱਚੋਂ ਲੰਘਣ ਅਤੇ ਇਸ ਨੂੰ ਧਰਮ ਮੰਨ ਲੈਣ ਕਾਰਨ ਗੁਰੂ ਸਾਹਿਬ ਜੈਨ ਮਤ ਦੇ ਤਿਆਗ ਨੂੰ ਚੰਗਾ ਨਹੀਂ ਸਮਝਦੇ। ਇਸ ਸੰਸਾਰ ਵਿੱਚ ਕਿਸੇ ਵੀ ਬ੍ਰਹਿਮੰਡ ਵਿਆਪੀ ਘਟਨਾ ਨੂੰ ਤੱਕਣ ਸਮਾਨ ਸਿੱਖ ਅਤੇ ਗੁਰੂ ਦਾ ਮਿਲਾਪ ਅਨੂਪਮ ਤੇ ਆਨੰਦਦਾਇਕ ਸ੍ਰੇਸ਼ਟ ਘਟਨਾ ਹੁੰਦੀ ਹੈ। ਸੱਚਾ ਧਰਮ ਤਾਂ ਪ੍ਰਤਿਭਾ ਦਾ ਹੀ ਕਰਤੱਵ ਹੁੰਦਾ ਹੈ ਤੇ ਸਰਬ ਸਾਧਾਰਨ ਲੋਕਾਂ ਦਾ ਉਸ ਪ੍ਰਤਿਭਾ ਨਾਲ ਮੇਲ ਤੋਂ ਜੀਵਨ ਦੇ ਸੰਚਾਲਨ ਵਿੱਚ ਪ੍ਰੇਰਨਾ ਦੀ ਅੰਬਰੀ ਕਾਂਗ ਆਉਂਦੀ ਹੈ। ਮਨੁੱਖ ਤਾਂ ਤਿਤਲੀਆਂ ਫੜਨ ਦਾ ਸ਼ੌਕੀਨ ਹੈ ਅਤੇ ਇਸ ਛਲੇਡੇ ਹਾਰ ਚੰਚਲ ਕੰਬਦੀ ਸੁੰਦਰਤਾ ਨੂੰ ਪਕੜਨ ਦੀ ਲਾਲਸਾ ਵਿੱਚ ਉਹ ਝਾੜੀ ਛਾਣ ਮਾਰਦਾ ਹੈ। ਉਸ ਦੀ ਇੱਕੋ ਛੋਹ ਨਾਲ ਤਿਤਲੀ ਦੀ ਸੁੰਦਰਤਾ ਭਸਮ ਹੋ ਜਾਂਦੀ ਹੈ। ਸੁੰਦਰਤਾ ਦੀ ਇਹ ਉਤੇਜਨਾ ਬੜੀ ਸ਼ਕਤੀਸ਼ਾਲੀ ਹੁੰਦੀ ਹੈ, ਪਰ ਮਨੁੱਖ ਵਿਚਲਾ ਆਵੇਗ ਇਸ ਤੋਂ ਵੀ ਵਧੇਰੇ ਸ਼ਕਤੀਵਰ ਹੁੰਦਾ ਹੈ। ਇਹ ਮਨੁੱਖੀ ਪ੍ਰੇਰਨਾ ਉਸ ਨੂੰ ਅੰਤਰੀ ਵਿਵੇਕ ਤੇ ਸਿਆਣਪ ਵੱਲ ਲੈ ਜਾਂਦੀ ਹੈ, ਜੋ ਦੂਜਿਆਂ ਦੀ ਸੁੰਦਰਤਾ ਵਿੱਚ ਵਿਘਨ ਪਾਉਣ ਦੀ ਥਾਂ ਸੁੰਦਰਤਾ ਨੂੰ ਆਪਣੇ ਅੰਦਰ ਸਮੂਹ ਲੈਣ ਨੂੰ ਵਧੇਰੇ ਚੰਗਾ ਸਮਝਦਾ ਹੈ ਤੇ ਆਪ ਉਸ ਵਿੱਚ ਲਿਵਲੀਨ ਹੋ ਜਾਂਦਾ ਹੈ। ਇਸ ਪ੍ਰਕਾਰ ਸੁੰਦਰਤਾ ਦੀ ਤੀਬਰ ਸੰਵੇਦਨਸ਼ੀਲਤਾ ਨੂੰ ਨਿਰੰਤਰਤਾ ਪ੍ਰਦਾਨ ਕਰਕੇ ਮਨੁੱਖ ਦਾ ਸਾਰਾ ਵਜੂਦ ਤਰੰਗਤ ਹੋ ਜਾਂਦਾ ਹੈ। ਗੁਰੂ ਜੀ ਨੂੰ ਵਿਸ਼ਵਾਸ ਹੈ ਕਿ ਇਸ ਸੱਚ ਤੋਂ ਜਾਣੂ ਮਨੁੱਖ ਸੁੰਦਰਤਾ ਨੂੰ ਕਬਜ਼ੇ ਵਿੱਚ ਕਰਨ ਦੀ ਤਾਮਸੀ ਪ੍ਰਵਿਰਤੀ ਦਾ ਟਾਕਰਾ ਕਰੇਗਾ। ਸਮਸਤ ਸੁੰਦਰਤਾ ਤਾਂ ਪ੍ਰਭੂ ਦਾ ਸਰੂਪ ਹੈ, ਇਸ ਤੋਂ ਬਾਹਰ ਕੁਝ ਵੀ ਨਹੀਂ ਹੈ। ਭਾਵੇਂ ਇਹ ਸੁੰਦਰਤਾ ਫੁੱਲ ਦੀ ਹੋਵੇ ਜਾਂ ਪੱਤੀ ਦੀ, ਹਿਮ ਚੋਟੀ ਦੀ ਹੋਵੇ ਜਾਂ ਬਨਾਂ ਦੀ, ਸੂਰਜ ਦੀ ਜਾਂ ਤਾਰਿਆਂ ਦੀ, ਇਸਤਰੀ ਦੀ ਹੋਵੇ ਜਾਂ ਕਿਸੇ ਫਰਿਸ਼ਤੇ ਦੀ, ਜਿਹੜੀ ਵਸਤੂ ਵੀ ਸਾਨੂੰ ਖਿੱਚ ਪਾਉਂਦੀ ਹੈ ਉਹ ਆਤਮਾ ਨੂੰ ਟੁੰਬਦੀ ਜਾਂ ਸਵਪਨ ਮੰਡਲ ਵਿੱਚ ਲੈ ਜਾਂਦੀ ਹੈ ਅਤੇ ਉਸ ਨੂੰ ਮਿੱਟੀ ਦੇ ਤਨ ਵਿੱਚੋਂ ਬਾਹਰ ਲੈ ਆਉਂਦੀ ਹੈ। ਉਹ ਮੂਲ ਰੂਪ ਵਿੱਚ ਸ਼ੁੱਧ ਆਤਮਾ ਦੀ ਸਰਵੋਤਮ ਕਲਪਨਾ ਹੀ ਹੁੰਦੀ ਹੈ। ਸਭ ਪ੍ਰਕਾਰ ਦੀਆਂ ਖਿੱਚਾਂ ਤੇ ਸੰਵੇਦਨਾਵਾਂ ਸੱਚਮੁੱਚ ਹੀ ਆਤਮਕ ਸੁਭਾਅ ਵਾਲੀਆਂ ਹੁੰਦੀਆਂ ਹਨ। ਆਤਮਾ ਬਾਹਰ ਆ ਕੇ ਸੁੰਦਰਤਾ ਕੋਲ ਪੁੱਜਦੀ ਹੈ ਤੇ ਸੁੰਦਰਤਾ ਨੂੰ ਆ ਮਿਲਦੀ ਹੈ। ਦੋਹਾਂ ਦਾ ਇਹ ਮੇਲ ਅਸ਼ਰੀਰੀ ਰੂਪ ਵਿੱਚ ਹੁੰਦਾ ਹੈ। ਇਹ ਸੰਜੋਗੀ ਮੇਲ ਮਨੁੱਖ ਤੋਂ ਬਾਹਰ ਸੁੰਦਰਤਾ ਦੇ ਖੇਤਰ ਵਿੱਚ ਤੇ ਆਤਮਾ ਦੇ ਵਿਚਕਾਰ ਕਿਸੇ ਥਾਂ ਤੇ ਹੁੰਦਾ ਹੈ। ਇਹ ਸੰਜੋਗ ਉਹ ਬਿੰਦੂ ਹੈ ਜਿੱਥੇ ਸਰਬ ਸੁੰਦਰ ਸਰੂਪ ਸੰਵੇਦਨਾ ਵਿੱਚ ਆ ਜੁੜਦੇ ਹਨ। ਇਸ ਮਿਲਣੀ ਵਿੱਚ ਸਭ ਦ੍ਰਿਸ਼ਟ ਤੇ ਅਦ੍ਰਿਸ਼ਟ ਸੰਸਾਰ ਆ ਇਕੱਠੇ ਹੁੰਦੇ ਹਨ। ਇਸ ਮੇਲ ਦੇ ਆਨੰਦ ਨੂੰ ਅਨੁਭਵ ਕਰਨ ਦੀ ਲਾਲਸਾ ਤੋਂ ਕੋਈ ਬਚ ਨਹੀਂ ਸਕਦਾ।
ਗੁਰੂ ਜੀ ਦਾ ਫਰਮਾਨ ਹੈ ਕਿ ਇਹ ਮੇਲ ਉਹਨਾਂ ਵਸਤੂਆਂ ਵਾਲਾ ਹੋਣਾ ਚਾਹੀਦਾ ਹੈ ਜੋ ਸਿਮਰਨ ਦੀ ਸਿਰਜਣਾ ਹਨ, ਅਰਥਾਤ ਲਗਾਤਾਰ ਯਾਦ ਵਿੱਚ ਪੀੜਤ ਹਨ। ਇਹ ਸੰਵੇਦਨਾ ਕੇਵਲ ਯਾਦ ਵਿੱਚ ਹੀ ਨਹੀਂ ਆਉਂਦੀ, ਸਗੋਂ ਇਸ ਦੀ ਤੀਬਰ ਆਨੰਦ ਵਿਭੋਰ ਅਵਸਥਾ ਵੀ ਆਉਂਦੀ ਹੈ। ਇਹ ਯਾਦ ਤਾਂ ਸਰੀਰ ਦੇ ਰੋਮ ਰੋਮ ਵਿੱਚ ਰਚ ਜਾਣੀ ਚਾਹੀਦੀ ਹੈ। ਇਹੋ ਹੀ ਸਿਮਰਨ ਹੈ ਜਿਸ ਦੀ ਯਾਦ ਰੋਮ ਰੋਮ ਵਿੱਚ ਰਚ ਜਾਂਦੀ ਹੈ। ਇਸੇ ਨੂੰ ਗੁਰੂ ਜੀ ਪ੍ਰੇਮ ਦੀ ਸੰਗਿਆ ਦਿੰਦੇ ਹਨ। ਫਿਰ ਦੁਹਰਾ ਦਈਏ, ਗੁਰੂ ਜੀ ਦਾ ਫਰਮਾਨ ਹੈ ਕਿ ਇਹ ਮੇਲ ਉਹਨਾਂ ਵਸਤੂਆਂ ਵਾਲਾ ਹੋਣਾ ਚਾਹੀਦਾ ਹੈ ਜੋ ਸਿਮਰਨ ਦੀ ਸਿਰਜਣਾ ਹਨ, ਅਰਥਾਤ ਲਗਾਤਾਰ ਯਾਦ ਵਿੱਚ ਪੀੜਤ ਹਨ। ਇਹ ਸੰਵੇਦਨਾ ਕੇਵਲ ਯਾਦ ਵਿੱਚ ਹੀ ਨਹੀਂ ਆਉਂਦੀ, ਸਗੋਂ ਇਸ ਦੀ ਤੀਬਰ ਆਨੰਦ ਵਿਭੋਰ ਅਵਸਥਾ ਵੀ ਆਉਂਦੀ ਹੈ। ਇਹ ਯਾਦ ਤਾਂ ਸਰੀਰ ਦੇ ਰੋਮ ਰੋਮ ਵਿੱਚ ਰਚ ਜਾਣੀ ਚਾਹੀਦੀ ਹੈ। ਇਹੋ ਹੀ ਸਿਮਰਨ ਹੈ ਜਿਸ ਦੀ ਯਾਦ ਰੋਮ ਰੋਮ ਵਿੱਚ ਰਚ ਜਾਂਦੀ ਹੈ। ਇਸੇ ਨੂੰ ਗੁਰੂ ਜੀ ਪ੍ਰੇਮ ਦੀ ਸੰਗਿਆ ਦਿੰਦੇ ਹਨ। ਇਸ ਪ੍ਰੇਮ ਦੀ ਤੀਬਰਤਾ, ਵਿਸਥਾਰ ਤੇ ਸੂਖਮ ਉਥਾਨ ਦੀ ਵੀ ਮਾਤਰਾ ਹੁੰਦੀ ਹੈ। ਸਭ ਮਨੁੱਖੀ ਪ੍ਰੇਮ ਸਿਮਰਨ ਦਾ ਹੀ ਪ੍ਰਗਟਾਵ ਹੈ। ਪੋਤੀਫਰ ਦੀ ਪਤਨੀ ਜ਼ੁਲੇਖਾ ਦੀ ਯੂਸਫ ਲਈ ਵੇਦਨਾ, ਭਾਵੇਂ ਉਸ ਵਿੱਚ ਪਦਾਰਥਕ ਖਿੱਚਾਂ ਦੀਆਂ ਰੋਕਾਂ ਵੀ ਸਨ, ਇਸੇ ਪਵਿੱਤਰ ਮਨੋਵੇਗ ਦੀ ਧਾਰਨੀ ਹੈ। ਇਹ ਉਸ ਤਰ੍ਹਾਂ ਦਾ ਪ੍ਰੇਮ ਸੀ ਜਿਹੋ ਜਿਹਾ ਆਨੰਦ ਦਾ ਬੁੱਧ ਲਈ ਸੀ ਅਤੇ ਮੈਰੀ ਮੈਗਲੇਨ ਦਾ ਪ੍ਰਭੂ ਯਸੂ ਦੇ ਨਾਲ ਸੀ। ਇਸ ਭਾਵਨਾ ਦੀ ਪਵਿੱਤਰਤਾ ਅਥਵਾ ਸ਼ੁੱਧਤਾ ਇਸ ਦੀ ਅਟੁੱਟ ਲਗਾਤਾਰਤਾ ਵਿੱਚ ਹੈ। ਇਹ ਨਿਰੰਤਰ ਯਾਦ ਹੀ ਪ੍ਰੇਮ ਹੈ। ਸਿਮਰਨ ਵਿੱਚ ਕਾਇਆ ਕਲਪ ਕਰ ਦੇਣ ਵਾਲਾ ਗੁਣ ਹੈ, ਜਿਸ ਦੁਆਰਾ ਸਵਾਰਥ ਆਪ ਮੁਹਾਰੇ ਹੀ ਨਿਰਸਵਾਰਥ ਵਿੱਚ ਬਦਲ ਜਾਂਦਾ ਹੈ ਅਤੇ ਸਕਰਮਕ ਨਿਰਸਵਾਰਥ ਉਸ ਆਤਮ ਬਲੀਦਾਨ ਵਿੱਚ ਵਟ ਜਾਂਦਾ ਹੈ ਜਿਸ ਦੀ ਕੋਈ ਸੀਮਾ ਨਹੀਂ ਹੈ। ਗੁਰੂ ਸਾਹਿਬ ਆਪਣੇ ਸਿੱਖਾਂ ਦੇ ਵਿਹਾਰ ਰਚਾਉਂਦੇ ਹਨ। ਕਈਆਂ ਦੀ ਤਾਂ ਆਪ ਜੀ ਨੇ ਆਪਣੇ ਵਰਦਾਨ ਦੁਆਰਾ ਸ਼ਾਦੀ ਕੀਤੀ। ਪਹਿਲੀ ਵਾਰ ਭਾਰਤ ਦੇ ਧਾਰਮਿਕ ਇਤਿਹਾਸ ਵਿੱਚ ਇਸਤਰੀ ਨੂੰ ਸਹੀ ਅਰਥਾਂ ਵਿੱਚ ਸੁਤੰਤਰਤਾ ਪ੍ਰਦਾਨ ਕੀਤੀ ਗਈ, ਕਿਉਂ ਜੋ ਗੁਰੂ ਜੀ ਨੇ ਉਹਨਾਂ ਨੂੰ ਆਤਮਾ ਦੀ ਪੂਰਨ ਸੁਤੰਤਰਤਾ ਬਖਸ਼ੀ ਹੈ। ਗੁਰੂ ਸਾਹਿਬਾਨ ਨੇ ਇਸਤਰੀ ਜਾਤੀ ਨੂੰ ਬੜੀ ਖੁੱਲ੍ਹਦਿਲੀ ਨਾਲ ਆਪਣੇ ਸਿੱਖ ਸਮਾਜ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੱਤੀ। ਬੁੱਧ ਮਤ ਦੇ ਆਰੰਭਕ ਇਤਿਹਾਸ ਵਿੱਚ ਕੇਵਲ ਆਨੰਦ ਹੀ ਇਸਤਰੀ ਜਾਤੀ ਦੀ ਸੰਘ ਵਿੱਚ ਸ਼ਾਮਲ ਕਰਨ ਦੀ ਵਕਾਲਤ ਕਰਦਾ ਹੈ, ਪਰ ਸਿੱਖ ਇਤਿਹਾਸ ਵਿੱਚ ਇਸਤਰੀਆਂ ਨੂੰ ਇਸ ਦਾ ਨਿੱਜ ਅਨੁਭਵ ਸੀ। ਜਦੋਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਕੇ ਘਰੀਂ ਪੁੱਜੇ ਤਾਂ ਸਿੱਖ ਸੁਆਣੀਆਂ ਨੇ ਉਹਨਾਂ ਨੂੰ ਅਪਣਾਉਣ ਤੋਂ ਨਾ ਕਰ ਦਿੱਤੀ। ਭੈਣਾਂ ਨੇ ਭਰਾਵਾਂ ਨੂੰ, ਮਾਵਾਂ ਨੇ ਪੁੱਤਰਾਂ ਨੂੰ ਤੇ ਪਤਨੀਆਂ ਨੇ ਪਤੀਆਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਸਿੱਖ ਸੁਆਣੀਆਂ ਨੇ ਨਾ ਗੁਰੂ ਦੇ ਭਗੌੜਿਆਂ ਲਈ ਆਪਣੇ ਘਰਾਂ ਦੇ ਬੂਹੇ ਬੰਦ ਕਰ ਦਿੱਤੇ। ਗੁਰੂ ਸਾਹਿਬ ਦੀ ਅਨਿੰਨ ਭਗਤ ਮਾਈ ਭਾਗੋ ਨੇ ਇਹਨਾਂ 40 ਸਿੱਖਾਂ ਯਾਨੀ 40 ਮੁਕਤਿਆਂ ਦੀ ਸ਼ਹੀਦੀ ਪ੍ਰਾਪਤ ਕਰਨ ਲਈ ਅਗਵਾਈ ਕੀਤੀ, ਤਾਂ ਜੋ ਇਹਨਾਂ ਵੱਲੋਂ ਕੀਤੀ ਗਈ ਗੁਰੂ ਜੀ ਪ੍ਰਤੀ ਆਰਜ਼ੀ ਕੁਤਾਈ ਦਾ ਧੋਣਾ ਧੋਤਾ ਜਾ ਸਕੇ। ਇਹਨਾਂ ਸਿੱਖਾਂ ਨੇ ਮਾਈ ਭਾਗੋ ਦੀ ਸਰਪ੍ਰਸਤੀ ਨੂੰ ਪ੍ਰਵਾਨ ਕੀਤਾ। ਇਹਨਾਂ ਨੂੰ ਹੀ ਅਸੀਂ 40 ਮੁਕਤੇ ਯਾਨੀ ਮੁਕਤਗਾਮੀ ਆਤਮਾਵਾਂ ਦੇ ਰੂਪ ਵਿੱਚ ਯਾਦ ਕਰਦੇ ਹਾਂ। ਮਾਈ ਭਾਗੋ ਵੀ ਇਹਨਾਂ ਸਿੰਘਾਂ ਨਾਲ ਸੂਰਬੀਰ ਸੈਨਿਕਾਂ ਵਾਂਗ ਲੜੀ ਸੀ। ਸੁੰਦਰੀ ਸਿੱਖ ਇਸਤਰੀ ਤਵ ਦੀ ਇੱਕ ਹੋਰ ਮਿਸਾਲ ਹੈ, ਜੋ ਖਾਲਸੇ ਨਾਲ ਜੰਗਲਾਂ ਵਿੱਚ ਹੀ ਵਿਚਰਦੀ ਰਹੀ, ਜੋ ਜ਼ਖਮੀ ਸਿੱਖਾਂ ਦਾ ਇਲਾਜ ਤੇ ਸੇਵਾ ਸੰਭਾਲ ਕਰਦੀ ਸੀ। ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਆਪ ਦੀ ਸਭ ਤੋਂ ਪਹਿਲਾਂ ਸਿੱਖ ਬਣੀ। ਉਸ ਵਿੱਚ ਉਹ ਆਤਮਿਕ ਪ੍ਰਤਿਭਾ ਸੀ ਜੋ ਆਪਣੇ ਭਰਾਤਾ ਯਾਨੀ ਗੁਰੂ ਨਾਨਕ ਦੇ ਅਵਤਾਰ ਹੋਣ ਨੂੰ ਲੱਗ ਸਕਦੀ ਸੀ। ਬੇਬੇ ਨਾਨਕੀ ਵਿੱਚ ਆਤਮਾ ਦੀ ਉਹ ਮਿੱਠਤ ਮੌਜੂਦ ਸੀ ਜੋ ਗੁਰੂ ਨਾਨਕ ਦੇਵ ਜੀ ਨੂੰ ਵਾਰ-ਵਾਰ ਘਰ ਪਰਤਣ ਲਈ ਮਜਬੂਰ ਕਰ ਦਿੰਦੀ ਸੀ। ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਦੁੱਧ ਰਿੜਕਦੀ ਹੋਈ ਜਪਜੀ ਦਾ ਗਾਇਨ ਕਰ ਰਹੀ ਸੀ। ਉਸ ਦੇ ਇਸ ਮਧੁਰ ਉਚਾਰਨ ਨੇ ਅਮਰਦਾਸ ਜੀ ਦੀ ਕਲਪਨਾ ਨੂੰ ਟੁੰਬਿਆ। ਅਮਰਦਾਸ ਜੀ ਬੀਬੀ ਅਮਰੋ ਦੇ ਪਤੀ ਦੇ ਚਾਚੇ ਸਨ ਅਤੇ ਪਿੱਛੋਂ ਜਾ ਕੇ ਆਪ ਸਿੱਖਾਂ ਦੇ ਤੀਜੇ ਗੁਰੂ ਹੋਏ।
ਇਸਤਰੀ ਦਾ ਆਪਣੇ ਘਰ ਗ੍ਰਸਥੀ, ਪਤੀ ਪ੍ਰੇਮ, ਗੁਰਸਿੱਖੀ ਦੀ ਆਤਮਾ ਦੇ ਐਨ ਅਨੁਕੂਲ ਹੈ। ਗੁਰੂ ਜੀ ਇਸ ਤੱਥ ਨੂੰ ਪ੍ਰਵਾਨ ਕਰਦੇ ਹਨ ਕਿ ਅਸੀਂ ਮਨੁੱਖ ਪਹਿਲਾਂ ਹਾਂ ਤੇ ਪ੍ਰਭੂ ਪਿੱਛੋਂ। ਬਹੁਤ ਸਾਰੇ ਵਿਅਕਤੀ ਗੁਰੂ ਜੀ ਦੀ ਹਜ਼ੂਰੀ ਵਿੱਚ ਪੁੱਜਦੇ ਰਹੇ, ਪਰ ਗੁਰੂ ਅੰਗਦ ਦੇਵ ਜੀ ਵਿੱਚ ਉਹ ਪ੍ਰੇਮ ਅਦੁੱਤੀ ਪੂਰਨਤਾ ਤੱਕ ਪੁੱਜ ਗਿਆ ਸੀ। ਆਪ ਦੀ ਆਤਮਾ ਪਾਰਦਰਸ਼ੀ ਰੂਪ ਵਿੱਚ ਪਵਿੱਤਰ ਤੇ ਸ਼ੁੱਧ ਸੀ। ਗੁਰੂ ਅਮਰਦਾਸ ਜੀ ਵਿੱਚ ਇਹ ਪ੍ਰੇਮ ਦੀ ਭਾਵਨਾ ਪਦਾਰਥਕ ਘੇਰੇ ਤੋਂ ਪੂਰੀ ਤਰ੍ਹਾਂ ਸੁਤੰਤਰ ਹੈ ਅਤੇ ਇਸ ਆਪਣੀ ਪੂਰਨ ਸ਼ਾਨ ਤੇ ਬੇਦਾਗ ਸਰੂਪ ਵਿੱਚ ਜਗਮਗਾਉਂਦੀ ਹੈ। ਗੁਰੂ ਅਰਜਨ ਦੇਵ ਜੋ ਸ਼ਬਦ ਦੇ ਮਹਾਨ ਤੇ ਮਧੁਰ ਗਾਇਕ ਸਨ ਦੀ ਸਤਿਕਾਰਯੋਗ ਮਾਤਾ ਬੀਬੀ ਭਾਨੀ ਜੀ ਨੂੰ ਜਦੋਂ ਉਹ ਬਾਲੜੀ ਅਵਸਥਾ ਵਿੱਚ ਸਨ, ਇੱਕ ਸਿੱਖ ਨੇ ਕਾਫੀ ਮਾਇਆ ਭੇਟ ਕਰਨੀ ਚਾਹੀ, ਕਿਉਂ ਜੋ ਉਹਨਾਂ ਦੇ ਸਾਧਾਰਨ ਤੇ ਮੈਲੇ ਬਸਤਰਾਂ ਨੂੰ ਵੇਖ ਕੇ ਉਸ ਵਿਅਕਤੀ ਨੂੰ ਦੁੱਖ ਹੋਇਆ ਸੀ। ਬੀਬੀ ਭਾਨੀ ਜੀ ਨੇ ਬੜੇ ਸਤਿਕਾਰ ਨਾਲ ਉਸ ਵਿਅਕਤੀ ਦੀ ਭੇਟ ਨੂੰ ਅਸਵੀਕਾਰ ਕਰ ਦਿੱਤਾ ਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਇਹ ਤੁਕਾਂ ਬੋਲ ਕੇ ਸੁਣਾਈਆਂ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ। ਜਦੋਂ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਇਹ ਹੁਕਮ ਕੀਤਾ ਕਿ ਆਪ ਲਾਹੌਰ ਜਾ ਕੇ ਰਹੋ ਤੇ ਉੱਥੇ ਉਦੋਂ ਤੱਕ ਟਿਕੋ ਜਦ ਤੱਕ ਅਸੀਂ ਤੁਹਾਨੂੰ ਬੁਲਾ ਨਹੀਂ ਭੇਜਦੇ, ਤਾਂ ਮਾਤਾ ਭਾਨੀ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਵਿਦਾਇਗੀ ਸਮੇਂ ਇਹ ਅਸੀਸ ਦਿੱਤੀ, ਜਿਸ ਦੇ ਮਨੋ ਭਾਵਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਗੁਜਰੀ ਰਾਗ ਦੇ ਇੱਕ ਸ਼ਬਦ ਵਿੱਚ ਬੜੇ ਸੁੰਦਰ ਢੰਗ ਨਾਲ ਉਚਾਰਿਆ ਹੈ। ਗੁਜਰੀ ਮਹੱਲਾ ਪੰਜਵਾਂ। ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਪਿਤਰੀ ਹੋਏ ਉਦਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾਂ ਕਾ ਅੰਤ न पारो। पूता माता की आशीष, निमख न बिसरो, तुमको हर हर सदा भजो जगदीश रहाओ। सतगुर तुमको होए दयाला, संत संग तेरी प्रीत, कापड़ पत परमेश्वर राखी, भोजन कीर्तन नीत। अमृत पीवो सदा चिर जीवो, हर सिमरत आनंद अनंता, रंग तमाशा पूरन आशा, कबे न व्यापे चिंता। भवर तुम्हारा ए मन होवो, हर चरणा हो कौला, नानक दास हुन संग लपटायो, जो बूंदे चातरक मौला। गुरु रू प्यारी साध संगत जी, इस लिखत दा अगला हिसाब जी नूं अगे पढ़ के सरवण कराउण दी कोशिश करांगे जी। वाहिगुरू जी का खालसा, वाहिगुरू जी की फतेह।